बिस्मिल्लाहिर्रहमानिर्रहीम अस्सलाम वालेकुम फ्रेंड्स, ਤੁਸੀਂ ਵੇਖ ਰਹੇ ਹੋ TS ਨਾਲੀ TV YouTube ਚੈਨਲ। ਮੈਂ ਤੁਹਾਡਾ ਹੋਸਟ ਤਾਰਿਕ ਸੁਲਤਾਨ। फ्रेंड इस वक्त ਅਸੀਂ ਮੌਜੂਦ ਹਾਂ ਜੱਟ ਕੈਟਲ ਐਂਡ ਡੇਅਰੀ ਫਾਰਮ ਦੇ ਉੱਤੇ। ਜੱਟ ਕੈਟਲ ਐਂਡ ਡੇਅਰੀ ਫਾਰਮ ਜਨੂਬੀ ਪੰਜਾਬ ਦਾ ਬਹੁਤ ਵੱਡਾ ਮੱਝਾਂ ਦਾ ਫਾਰਮ ਹੈ ਔਰ ਇਸ ਫਾਰਮ ਦੇ ਉੱਤੇ ਤਕਰੀਬਨ 100 ਦੀ ਤਾਦਾਦ ਦੇ ਵਿੱਚ ਮੱਝਾਂ ਮੌਜੂਦ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਜੱਟ ਕੈਟਲ ਐਂਡ ਡੇਅਰੀ ਫਾਰਮ ਦੇ ਓਨਰ ਨਾਲ ਮਿਲਾਉਂਦੇ ਹਾਂ, ਇਹਨਾਂ ਦਾ ਸ਼ੌਕ ਵਿਖਾਉਂਦੇ ਹਾਂ और इन्हों दी मझां दा शौक करवाने और किस तरह फीड करवाने ने, जानवर जिहड़े ने एक कित्थों परचेज करते हैं, लेबर कितनी है, सारा सिलसिला जिहड़ा तुहानूं विखाने हैं जी। अस्सलाम वालेकुम। वालेकुम सलाम भाईजान, की हाल है? ठीक ठाक तार भाई, तुसी सुनाओ? अल्हम्दुलिल्लाह, अल्लाह दा खैर शुक्र खैरियत, ठीक ठाक हो? अल्हम्दुलिल्लाह। अच्छा भाईजान, थोड़ा अपना तारुफ करवा दो, उसके बाद आने हैं थोड़ा फार्म दा दोस्तों जरा विजिट करवाने हैं जी। मेरा नाम मोहम्मद तनवीर जट, जट डेयरी फार्म, जट डेयरी एंड कैटल फार्म जी जी। ते थोड़ी भाईजान लोकेशन की है? लोकेशन जिला बावल नगर, तहसील रूनाबाद, अच्छा, फकीरवाली दे 118 6R। तनवीर भाई, इस टाइम थोड़े कोल कितने जानवर मौजूद ने इत्थे? सर साडे को तकरीबन 250 जानवर है, छोटा वड्डा। छोटा वड्डा जी। मझां जेहड़ियां ने वड्डियां जेहड़ियां ने ग्वाल च या मतलब ब्रीडिंग वालियां जी जी, वो तकरीबन 150। अच्छा, 150 मझ है जी जी। ते गावां? गावां 20 गावां। 20 गावां ने, 20 गावां माशाअल्लाह। तनवीर भाई, ਤੁਸੀਂ ਕਿਸ ਤਰ੍ਹਾਂ ਮੱਝਾਂ ਦੇ ਸ਼ੌਕ ਦੇ, ਕਿਉਂਕਿ ਨਵਾਂ ਬੰਦਾ ਜਦੋਂ ਵੀ ਫਾਰਮ ਬਣਾਉਂਦਾ ਉਹ ਗਾਵਾਂ ਵਿੱਚ ਆਂਦਾ ਹੈ, ਤੇ ਤੁਸੀਂ ਕਿਸ ਤਰ੍ਹਾਂ, ਤੁਹਾਨੂੰ ਕਿਸ ਤਰ੍ਹਾਂ ਸ਼ੌਕ ਹੋਇਆ, ਕਿਸ ਤਰ੍ਹਾਂ ਤੁਸੀਂ ਮੱਝਾਂ ਦੇ ਵਿੱਚ ਹੈ, ਕੀ ਤੁਹਾਡੀ ਸਟੋਰੀ ਕੀ ਹੈ? ਤਾਰਕ ਭਾਈ, ਇਹ ਸਾਡੇ ਪਹਿਲਾਂ ਬਾਬਿਆਂ ਨੂੰ ਸ਼ੌਕ ਸੀ। ਅੱਛਾ, ਸ਼ੁਰੂ ਦਾ ਹੀ ਬੜਾ ਸ਼ੌਕ, ਉਹਨਾਂ ਨੇ ਇਹਦਾ ਕੰਮ ਵੀ ਕੀਤਾ। ਅੱਛਾ। ਫਿਰ ਜਦੋਂ ਅਸੀਂ ਬਾਬਿਆਂ ਨੂੰ ਛੱਡ ਕੇ ਬਾਹਰ ਚਲੇ ਗਏ ਪ੍ਰਦੇਸ਼, ਅੱਛਾ, ਉਹ ਬਾਬਿਆਂ ਨੇ ਪਿੱਛੋਂ ਫਿਰ ਉਹਨਾਂ ਕੋ ਪੱਠੇ ਨਹੀਂ ਪਾਇਆ, ਬਾਬਿਆਂ ਨੇ ਜਿੰਨੀ ਬਰੀਡ ਸੀ ਸਾਰੀ ਚੱਕਤੀ। ਅੱਛਾ। ਫਿਰ ਸਾਨੂੰ ਉਹ ਜੱਟਾਂ ਵਾਲਾ ਜਿਹੜਾ ਕਹਿੰਦੇ ਨਾ ਜੀ ਜੀ, ਮਤਲਬ ਅੰਦਰੋਂ ਹਿਲਦਾ ਜਿਵੇਂ ਵੀ ਹੋਣਾ ਚਾਹੀਦਾ ਲਾਜ਼ਮ। ਜੀ ਜੀ। ਫਿਰ ਅਸੀਂ ਤਕਰੀਬਨ ਮੈਂ 13 ਸਾਲ ਰਿਹਾ ਬਾਹਰ। ਅੱਛਾ। ਉੱਥੋਂ ਆਣ ਕੇ ਫਾਰਮ ਬਣਾਇਆ। ਫਾਰਮ ਬਣਾਏ ਨੂੰ ਤਕਰੀਬਨ ਕਾਫੀ ਦੇਰ ਹੀ ਹੋ ਗਈ ਹੈ। ਅੱਛਾ, ਤਕਰੀਬਨ 3 ਤੋਂ 4 ਸਾਲ। ਅੱਛਾ, 3-4 ਸਾਲ ਦੇ ਵਿੱਚ ਆ ਕੇ ਫਿਰ ਤੁਸੀਂ ਆਪਣਾ ਮੱਝਾਂ ਦਾ ਪੁਰਾਣਾ ਸ਼ੌਕ ਜਿਹੜਾ ਬਚਪਨ ਨਾਲੋਂ ਜ਼ਿੰਦਾ ਕੀਤਾ? ਜੀ ਜੀ। ਫਿਰ ਇਹਨੂੰ ਕਮਰਸ਼ੀਅਲ ਕੀਤਾ ਥੋੜਾ ਜਿਹਾ। ਅੱਛਾ, ਕਮਰਸ਼ੀਅਲ ਜੀ। ਪਹਿਲੇ ਫਾਰਮ ਉਧਰ ਬਣਾਇਆ ਸੀ। ਅੱਛਾ। ਉਹ ਫਿਰ ਇਹ ਜਿਹੜਾ ਅੱਛੀਆਂ ਮੱਝਾਂ ਕਲੈਕਸ਼ਨ ਕਰਕੇ ਨਾ ਬਰੀਡ ਤੇ ਕੰਮ ਕਰਨਾ ਚਾਹਿਆ ਸੀ। ਅੱਛਾ। ਫਿਰ ਇਹ ਬਰੀਡ ਵਾਲਾ ਲਹਿਦਾ ਬਣਾਇਆ, ਜਿਹੜੇ ਪੋਸ਼ਨ ਬਣਾਤੇ ਲਹਿਦਾ। ਅੱਛਾ। ਉਹ ਮਤਲਬ ਡਰਾਈ ਵਾਲੀਆਂ ਲਹਿਦਾ, ਬੱਚੇ ਲਹਿਦਾ। ਜੀ 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 ਜੀ। ਅੱਛਾ, ਕਿਹੜੀ ਕਿਹੜੀ ਨਸਲਾਂ ਦੀਆਂ ਮੱਝਾਂ ਇੱਥੇ ਮੌਜੂਦ ਨੇ? ਸਾਡੇ ਕੋਲ 2 ਹੀ ਨਸਲ ਦੀ ਮੱਝ ਹੈ। ਕਿਹੜੀ ਕਿਹੜੀ? ਇੱਕ ਨੀਲੀ ਰਾਵੀ ਕ੍ਰਾਸ ਜੀ। ਅੱਛਾ, ਬੇਸਿਕਲੀ ਤੁਸੀਂ ਨੀਲੀ ਤੇ ਸ਼ੌਕੀਨ ਹੋ ਨੀਲੀ ਰਾਵੀ ਕ੍ਰਾਸ ਜੀ। ਜ਼ਬਰਦਸਤ ਹੋ ਗਿਆ। ਨਜ਼ਰ ਆ ਰਿਹਾ ਮਾਸ਼ਾਅੱਲਾ, ਮੁxtਲਿਫ ਪੋਰਸ਼ਨ ਬਣੇ ਨੇ ਮੱਝਾਂ ਦੇ। ਹਾਂਜੀ। ਜਰਾ ਸਾਨੂੰ ਥੋੜਾ ਜਿਹਾ ਪੋਰਸ਼ਨ ਵਾਈਜ਼ ਦੱਸੀ ਜਾਓ, ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਕੋਲ ਆਨੇ ਆ ਕਿ ਇਹਨਾਂ ਨੂੰ ਤੁਸੀਂ ਖੁਰਾਕ ਕੀ ਪਾਉਂਦੇ ਹੋ, ਉਹ ਸਾਰੀ ਮਾਲੂਮਾਤ ਲੈਣੇ ਆ। ਭਾਈ ਤਾਰਕ, ਇਹ ਜਿਹੜਾ ਪੋਰਸ਼ਨ ਹੈ ਇਹ ਲਿਆਰੀਆਂ ਦਾ। ਅੱਛਾ, ਲਿਆ। ਔਰ ਇਹਦੇ ਵਿੱਚ 2-3 ਮਹੀਨੇ ਦੀ ਸੂਈ ਹੋਈ। ਅੱਛਾ। ਇਹਦੇ ਵਿੱਚ ਸੰਡਾ ਵੀ ਛੱਡ ਦਿੰਨੇ। ਅੱਛਾ। ਤੇ ਅਲੱਗ-ਅਲੱਗ ਪੋਰਸ਼ਨ ਸਾਰੇ ਨੇ। ਉਹ ਅੱਗੇ ਪੋਰਸ਼ਨ ਹੈ, ਉਹ ਟੋਟਲ ਇਹ ਪੋਰਸ਼ਨ ਜਿਹੜਾ ਹੈ ਇਹ 2 ਮਹੀਨੇ ਦੀ 3 ਮਹੀਨੇ ਦੀ ਕ੍ਰਾਸ ਹੋ ਜਵੇ। ਅੱਛਾ। ਨਾਲ ਦੁੱਧ ਵੀ ਦੇ ਰਹੀਆਂ, ਨਾਲ ਇਨਸ਼ਾਅੱਲਾ ਇਹਦੇ ਬਰੀਡ ਤੇ ਵੀ ਕੰਮ। ਅੱਛਾ, ਮਤਲਬ ਹੈ ਕਿ ਇਸ ਪੋਰਸ਼ਨ ਦੇ ਵਿੱਚ ਤੁਸੀਂ ਸੰਡਾ ਛੜਿਆ? ਹਾਂਜੀ। ਅੱਛਾ ਅੱਛਾ, ਇਹ ਮਾਸ਼ਾਅੱਲਾ। ਟੋਟਲ ਬਰੀਡ ਵਾਲੀਆਂ। ਅੱਛਾ, ਟੋਟਲ ਬਰੀਡਿੰਗ ਵਾਲੀਆਂ। ਅੱਛਾ, ਤੇ ਇਹ ਕਿਉਂਕਿ ਅਸੀਂ ਹੁਣ ਵੀਡੀਓ ਬਣਾ ਰਹੇ ਹਾਂ, ਸ਼ਾਮ ਦਾ ਟਾਈਮ ਹੈ। ਹਾਂਜੀ। ਤੇ ਇਸ ਦੇ ਉੱਤੇ ਜਾਨਵਰ ਜਿਹੜੇ ਨੇ ਸ਼ਾਮ ਨੂੰ ਇੱਥੇ ਹੁੰਦੇ ਨੇ, ਰਾਤ ਨੂੰ ਇੱਥੇ, ਔਰ ਸਰਦੀਆਂ ਦੇ ਵਿੱਚ ਦਿਨ ਨੂੰ? ਸਰਦੀਆਂ ਦੇ ਵਿੱਚ ਦਿਨ ਨੂੰ, ਰਾਤ ਨੂੰ ਛੱਡ। ਜ਼ਬਰਦਸਤ ਹੋ ਗਿਆ। ਅੱਛਾ, ਇਹ ਗਰਮੀਆਂ ਦੇ ਵਿੱਚ ਦਿਨ ਨੂੰ ਧੁੱਪ ਚਾਣ ਵਾਸਤੇ ਅੰਦਰ, ਹਾਂਜੀ, ਰਾਤ ਨੂੰ ਇੱਥੇ? ਜੀ ਜੀ। ਅੱਛਾ, ਇਹ ਮਤਲਬ ਜਗ੍ਹਾ ਕੱਚੀ ਔਰ ਓਪਨ ਹੈ? ਇਹ ਸਾਰੇ ਰੇਤਲਾ ਇਲਾਕਾ ਹੈ, ਰਾਤ ਨੂੰ ਬਿਲਕੁਲ ਠੰਡਾ। ਅੱਛਾ, ਠੰਡਾ। ਇਹ ਨਾਲ ਸੋਲੰਗ ਲਵਾ ਕੇ ਸੈਂਟਰ ਜਿਹੜਾ ਰਾਤ ਨੂੰ ਬਹਿ ਜਾਂਦੀਆਂ ਇੱਥੇ ਜਾਨਵਰ ਬਹਿੰਦੇ। ਹਾਂਜੀ, ਬੜੇ ਸਕੂਨ ਨਾਲ ਨਾ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਹ ਤਕਰੀਬਨ ਜਿਹੜੇ 4 ਦੀਵਾਰੀ ਹੈ ਇਸ ਪੋਰਸ਼ਨ ਦੀ ਕਿਤਨੀ ਹੈ? ਸਾਰੇ ਤਕਰੀਬਨ 2 ਕਨਾਲ ਤੋਂ ਉੱਪਰ ਹੈ। 2 ਕਨਾਲ ਦੇ ਉੱਤੇ। ਜ਼ਬਰਦਸਤ ਹੋ ਗਿਆ। ਤਨਵੀਰ ਵੀ, ਤੁਹਾਨੂੰ 3 ਸਾਲ ਹੋਏ ਨੇ, 3 ਸਾਲਾਂ ਵਿੱਚ ਤੁਸੀਂ ਜਾਨਵਰ ਮਾਸ਼ਾਅੱਲਾ ਕਰ ਲਿਆ। ਕੋਈ ਦੱਸ ਰਹੇ ਹੋ ਕਿ 250 ਜਾਨਵਰ ਜਿਹੜਾ ਹੈ ਤੁਹਾਡੇ ਕੋਲ ਇਸ ਤੇ ਮੌਜੂਦ ਹੈ? ਜੀ ਜੀ। ਤੇ ਤੁਸੀਂ ਕਲੈਕਸ਼ਨ ਜੀ ਜੀ ਤਾਰਕ ਭਾਈ, ਆਜੋ ਤੁਹਾਨੂੰ ਦੂਸਰਾ ਵਿਜ਼ਿਟ ਕਰਵਾਉਂਦੇ ਆ, ਡਰਾਈ ਵਾਲਿਆਂ ਦਾ ਵੀ, ਬੱਚਿਆਂ ਦਾ ਵੀ। ਇਸ ਸਾਈਡ ਤੇ ਉਹ ਜਾਨਵਰ ਨੇ ਜਿਹੜੇ ਦੁੱਧ ਦੇ ਰਹੇ ਨੇ, ਮਤਲਬ ਲਿਆਰੀਆਂ ਮੱਝਾਂ? ਜੀ, ਲਿਆਰੀਆਂ ਔਰ ਗੱਬਣਾ। ਹਾਂ, ਮਤਲਬ 2-3 ਮਹੀਨੇ ਦੇ, 2-3 ਮਹੀਨੇ ਜਿਹੜੇ ਦੁੱਧ ਜਾਨਵਰ ਦੇ ਰਹੇ। ਜੀ ਜੀ ਸਰ। ਔਰ ਇਸ ਸਾਈਡ ਤੇ? ਇਸ ਸਾਈਡ ਤੇ ਆਜੋ। ਅੱਛਾ, ਇਸ ਸਾਈਡ ਤੇ ਅਲੱਗ-ਅਲੱਗ ਪੋਰਸ਼ਨ ਬਣਾਏ ਨੇ। ਅੱਛਾ, ਇਹ ਬੱਚਿਆਂ ਦਾ ਪੋਰਸ਼ਨ ਹੈ। ਅੱਛਾ, ਇੱਥੇ ਬੱਚੇ ਹੁੰਦੇ ਨੇ ਜੀ। ਇਹ ਬਾਰਿਸ਼ ਦੀ ਵਜ੍ਹਾ ਨਾਲ ਥੋੜਾ ਡਿਸਟਰਬ ਹੋ ਗਿਆ ਕੰਮ ਜੀ। ਉਹ ਤਾਂ ਫਿਰ ਕੱਚੀ ਜਗ੍ਹਾ ਹੈ ਸਾਰੀ। ਅੱਛਾ, ਇਸ ਤੇ ਅਗਲਾ? ਇਸ ਤੋਂ ਅਗਲਾ ਡਰਾਈ ਵਾਲਾ, ਟੋਟਲ ਡਰਾਈ ਜਿਹੜੀ ਆ, ਔਰ ਗੱਬਣ। ਅੱਛਾ, ਜਿਹੜੀ ਗੱਬਣ ਹੈ ਡਰਾਈ ਹੈ, ਉਹ ਉਸ ਸਾਈਡ ਤੇ? ਜੀ ਜੀ। ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ। ਤਨਵੀਰ ਭਾਈ, ਇਹ 250
ਜਾਨਵਰਾਂ ਦੇ ਉੱਤੇ ਤਕਰੀਬਨ ਕਿੰਨੇ ਬੰਦੇ ਰੱਖੇ ਨੇ ਤੁਸੀਂ? ਅਸੀਂ ਸਰ 15 ਬੰਦੇ ਰੱਖੇ ਨੇ। ਅੱਛਾ 15 ਬੰਦੇ? ਹਾਂਜੀ 15 ਔਰ 5 ਅਸੀਂ ਆਪ 20। ਅੱਛਾ 20 ਬੰਦੇ ਤੁਸੀਂ 250 ਜੀ, ਮਤਲਬ 10-12 ਮੱਝਾਂ ਦੇ ਉੱਤੇ ਇੱਕ ਬੰਦਾ ਤੁਸੀਂ ਰੱਖਿਆ। ਜੀ ਜੀ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ। ਅੱਛਾ ਇਹ ਸ਼ੈੱਡ ਹੋ ਗਿਆ ਜਿਹੜੇ ਜਾਨਵਰ ਨੇ ਗੱਬਨ ਨੇ। ਗੱਬਨ ਇਹ ਮਾਸ਼ਾਅੱਲਾ ਇਹ ਵੀ ਜਿਹੜੀ ਕਲੈਕਸ਼ਨ ਉਧਰੋਂ ਅੱਛੀ ਕਰਕੇ ਨਾ ਜਿਹੜੀ ਡਰਾਈ ਹੁੰਦੀ ਫਿਰ ਇੱਧਰ ਕਰ ਦੇਈਦੀ ਹੈ। ਅੱਛਾ ਜਿਹੜੀ ਹਲਕੀ ਉਹਨੂੰ ਕੱਢ ਦਿੱਤਾ, ਉਹਨੂੰ ਕੱਢ ਦੇਣਾ। ਜ਼ਬਰਦਸਤ ਹੋ ਗਿਆ। ਆਓ ਜਰਾ ਐਲੀਟ ਕਲਾਸ ਜਾਨਵਰ ਨੇ ਉਹ ਵਿਖਾਓ ਤੇ ਦੂਜਾ ਇਹ ਦੱਸੋ ਕਿ ਇਹਨਾਂ ਜਾਨਵਰਾਂ ਦੀ ਖੁਰਾਕ ਕੀ ਹੈ? ਇਹਨਾਂ ਨੂੰ ਤੁਸੀਂ ਕੀ ਪਾਉਂਦੇ ਹੋ? ਸਰ ਇਹਨਾਂ ਨੂੰ ਇਹ ਪਾਈਦਾ ਆਪਣਾ ਪੱਠਾ, ਚਰੀ, ਜਵਾਰ ਜਿਹਨੂੰ ਕਹਿੰਦੇ। ਅੱਛਾ ਜਵਾਰ ਤੇ ਤੂੜੀ। ਅੱਛਾ ਜਵਾਰ ਤੇ ਤੂੜੀ। ਇਹਦੇ ਜਦੋਂ 3 ਮਹੀਨੇ ਰਹਿ ਜਾਂਦੇ ਫਿਰ ਇਹਨਾਂ ਦੀ ਅੱਛੀ ਖੁਰਾਕ ਕਰ ਦਿੱਤੀ, ਸਾਈਲੇਜ ਵਗੈਰਾ ਔਰ ਵੰਡਾ। ਅੱਛਾ ਹੁਣ ਫਿਲਹਾਲ ਇਹਨਾਂ ਨੂੰ ਸਾਈਲੇਜ ਸੂਲੇਜ ਨਹੀਂ ਮਿਲਦੇ? ਨਹੀਂ ਮਿਲਦੇ। ਅੱਛਾ ਇਹਨਾਂ ਜਾਨਵਰਾਂ ਨੂੰ ਕੀ ਪਾ ਰਹੇ ਹੋ? ਇਹਨਾਂ ਨੂੰ ਸਰ ਪੱਠਾ ਔਰ ਗਰਮੀ ਬੜੀ ਸੀ ਐਰ ਕੀ ਵੰਡਾ ਇਹਨਾਂ ਥੋੜਾ ਬੰਦ ਕੀਤਾ ਸੀ ਤੇ ਉਹ ਗਰਮੀ ਐਰ ਕੀ ਸ਼ਦੀਦ ਹੀ 10% ਹੀ ਜ਼ਿਆਦਾ ਪੈ ਗਈ। ਅੱਛਾ ਤਕਰੀਬਨ 2-3 ਦਿਨ ਹੋ ਗਏ ਵੰਡਾ ਸਟਾਰਟ ਕੀਤੇ ਨੂੰ, ਜਿੱਦਣ ਇਹ ਬਾਰਿਸ਼ਾਂ ਸ਼ੁਰੂ ਹੋਈਆਂ। ਅੱਛਾ ਅੱਛਾ ਗੁੱਡ ਹੋ ਗਿਆ ਮਾਸ਼ਾਅੱਲਾ। ਇਹ ਬੱਚੇ ਹੋ ਗਏ? ਇਹ ਬੱਚੇ ਅੱਛਾ ਇਹ ਛੋਟੇ ਬੱਚੇ ਅਲੱਗਾ ਰਹਿੰਦੇ ਨੇ, ਵੱਡੇ ਬੱਚੇ ਹੋ ਕੇ ਚਲੇ ਜਾਂਦੇ ਨੇ? ਅੱਲਾਹ ਦਾ ਰਹਿੰਦੇ। ਹਾਂ ਇਹ ਜਿਹੜੇ ਸਜੀਆਂ ਮੱਝਾਂ ਸੂਈਆਂ ਨੇ ਉਹਨਾਂ ਦੇ ਜੀ ਹੋ ਗਿਆ। ਤੇ ਸਕਰੀਨ ਤੇ ਇਹ ਪੋਰਸ਼ਨ ਟੋਟਲ ਇਹਨਾਂ ਬੱਚਿਆਂ ਦੀਆਂ ਮਾਵਾਂ ਦਾ। ਅੱਛਾ ਇਹ ਟੋਟਲ ਲਿਆਰੀ ਜਿਹੜੀ ਹੈ। ਅੱਛਾ ਜਿੰਨੀਆਂ ਲਿਆਰੀਆਂ ਨੇ ਉੱਥੇ ਨੇ? ਹਾਂਜੀ ਮਾਸ਼ਾਅੱਲਾ ਜੀ। ਜੀ ਤਾਰਕ ਭਾਈ ਇਹ ਮੱਝਾਂ ਨੇ ਜਿਹੜੀਆਂ ਟਾਪ ਕਲਾਸ ਦੀਆਂ ਨੇ। ਅੱਛਾ ਇਹਨਾਂ ਮੱਝਾਂ ਦੇ ਮਤਲਬ ਕਿ ਤਾਜ਼ੀਆਂ ਸੂਈਆਂ ਲੈਦਾ ਉਧਰ ਵੀ ਟਾਪ ਦੀਆਂ ਨੇ ਲੇਕਿਨ ਇਹ ਸੂਈਆਂ ਨੇ ਜਿਹੜੀਆਂ ਅੱਛਾ ਮਤਲਬ ਬਿਲਕੁਲ ਲਿਆਰੀਆਂ ਕੋਈ 8 ਦਿਨ ਦੀ, ਕੋਈ 2 ਦਿਨ ਦੀ, ਕੋਈ 4 ਦਿਨ ਦੀ। ਅੱਛਾ ਅੱਛਾ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ। ਤੇ ਤਨਵੀਰ ਭਾਈ ਜੀ ਹੁਣ ਤੱਕ ਤੁਹਾਡੇ ਕੋਲ ਜਿਹੜੀ, ਕਿਉਂਕਿ ਤੁਸੀਂ 2-250 ਮੱਝ ਖਰੀਦੀ ਹੈ ਜੀ ਜੀ ਤੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਜ਼ਿਆਦਾ ਪਰਚੇਜ਼ ਜਿਹੜੀ ਉਹ ਘਰਾਂ ਚੋਂ ਕਰਦੇ ਹੋ, ਨੀਲੀ ਤੋਂ ਕਰਦੇ ਹੋ। ਹਾਂਜੀ ਤੇ ਕੀ ਲੱਗਦਾ ਤੁਹਾਨੂੰ ਮੱਝਾਂ ਕਿਹੜੇ ਇਲਾਕੇ ਦੀ ਮੱਝ ਤੁਹਾਨੂੰ ਜ਼ਿਆਦਾ ਪਸੰਦ ਹੈ? ਕਿਹੜੇ ਇਲਾਕੇ ਦੀ ਮੱਝ ਅੱਛੀ? ਸਾਨੂੰ ਸਰ ਤਕਰੀਬਨ ਆਲ ਪੰਜਾਬ 'ਚ ਚੰਗੀ ਮੱਝ ਪਈ ਹੈ। ਅਸੀਂ ਜ਼ਿਆਦਾ ਦਰਿਆ ਤੋਂ ਖਰੀਦ ਕਰਦੇ ਹਾਂ। ਇੱਕ ਤੇ ਦੁੱਧ ਜ਼ਿਆਦਾ, ਅੱਛਾ ਇੱਕ ਫਿਰ ਉਹ ਲੰਬੇ ਅਰਸੇ ਤੱਕ ਗਵਾਲ 'ਚ ਕੰਮ ਦਿੰਦੀ ਸਾਨੂੰ, ਤਕਰੀਬਨ 8-9 ਮਹੀਨੇ ਚੱਲ ਜਾਂਦੀ ਹੈ। 8-9 ਮਹੀਨੇ ਚੱਲ ਜਾਂਦੀ। ਹਾਂਜੀ ਜ਼ਬਰਦਸਤ ਹੋ ਗਿਆ। ਹੁਣ ਤੱਕ ਤੁਸੀਂ ਸਭ ਤੋਂ ਜ਼ਿਆਦਾ ਮਹਿੰਗੀ ਮੱਝ ਕਿੰਨੇ ਦੀ ਖਰੀਦੀ? ਅਸੀਂ ਸਰ 38 ਲੱਖ ਦੀ ਲਈ। 38 ਲੱਖ ਦੀ ਮੱਝ ਲਈ? ਕਿਹੜੀ ਨਸਲ? ਉਹ ਨੀਲੀ ਰਾਵੀ ਕ੍ਰਾਸ ਵਿੱਚ? ਕ੍ਰਾਸ ਮਾਸ਼ਾਅੱਲਾ। ਤੇ ਮੇਲਿਆਂ ਛੇਲਿਆਂ ਦੇ ਵਿੱਚ ਤੁਸੀਂ ਚੂੰਕਿ ਪਿਛਲੇ ਸਾਲ ਐਂਟਰੀ ਤੁਹਾਡੀ ਪੀਡੀਐਫ ਵਿੱਚ ਵੀ ਚਵਾਈਆਂ ਹੋਈਆਂ ਸਰ, ਉਦੋਂ ਅਸੀਂ ਮੱਝਾਂ ਲਈਆਂ ਸੀ ਬਾਹਰੋਂ। ਅੱਛਾ ਐਰ ਉਹ ਕਿਉਂਕਿ ਜਿੱਦਾਂ ਵੀ ਲਈ ਆਏ ਆ ਉਦਾਂ ਹੀ ਲਿਆਣ ਕੇ ਉਹਨਾਂ ਨੂੰ ਚਵਾਤਾ ਹੈ। ਅੱਛਾ ਐਰ ਕੀ ਮੱਝਾਂ ਮਾਸ਼ਾਅੱਲਾ ਅਸੀਂ ਕੀਤੀਆਂ ਖੁਦ ਤਿਆਰ। ਅੱਛਾ ਕੁਝ ਪਿਛਲੇ ਸਾਲ ਵਾਲੀਆਂ ਸੀ, ਅੱਛਾ ਉਹ ਜਿਹੜੀਆਂ ਪੀਡੀਐਫ ਚੋਈਆਂ ਸੀ ਉਹ ਵੀ ਮੱਝਾਂ ਗੱਭਣਾ ਸੀ ਵਿੱਚ। ਅੱਛਾ ਉਹਨਾਂ ਨੂੰ ਐਰ ਕੀ ਤਿਆਰ ਕੀਤਾ। ਅੱਛਾ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੈ ਕਿ 11ਵੇਂ ਮਹੀਨੇ ਅਸੀਂ ਮੱਝਾਂ ਚਵਾਈਏ ਅੱਛਾ ਔਰ ਫਿਰ ਪੀਡੀਐਫ ਚਵਾਈਏ। ਪੀਡੀਐਫ ਵਿੱਚ ਵੀ ਚਵਾਈਏ? ਜੀ ਜੀ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਤੇ ਤਨਵੀਰ ਭਾਈ ਕੀ ਤੁਹਾਡੀ ਐਵਰੇਜ ਕੀ ਹੈ ਇਸ ਦੀ ਗਵਾਲ ਦੀ? ਸਰ ਐਵਰੇਜ ਇਹ ਜਿਹੜੀਆਂ ਮੱਝਾਂ ਦੀ ਐਵਰੇਜ ਮਾਸ਼ਾਅੱਲਾ 21-22 ਹੈ। 21-22 ਕਿਲੋ ਤਾਂ ਬੜਾ ਦੁੱਧ ਹੁੰਦਾ। ਤੁਹਾਨੂੰ ਚੈੱਕ ਕਰਵਾਉਣੇ ਇਨਸ਼ਾਅੱਲਾ, ਬਸ ਟਾਈਮ ਹੋਣ ਵਾਲਾ ਇਹਨਾਂ ਦਾ। ਅੱਛਾ ਜ਼ਬਰਦਸਤ ਹੋ ਗਿਆ। ਅੱਛਾ ਇਹ ਮੱਝਾਂ ਇਹ ਤਾਰਕ ਭਾਈ ਅੱਛੀਆਂ ਨੇ। ਅੱਛਾ ਜਰਾ ਅੰਦਰ ਚਲੋ ਨਾ, ਆ ਜਾਓ ਵਿਖਾ ਦਿਓ ਜਰਾ ਸਾਨੂੰ। ਤਾਰਕ ਭਾਈ ਇਹਨਾਂ ਨੂੰ ਜਿਹੜੀਆਂ ਮੱਝਾਂ ਸੂਈਆਂ ਨੇ ਤਾਜ਼ੀਆਂ ਇਹਨਾਂ ਨੂੰ ਇੱਕ ਟਾਈਮ ਵੰਡਾ, ਇੱਕ ਟਾਈਮ ਪੱਠਾ। ਇੱਕ ਟਾਈਮ ਵੰਡਾ और एक टाइम पट्ठा जी। मतलब ਜਿਹੜੇ ਇੱਥੇ ਅਸੀਂ ਖਲੋਤੇ हैं जानवर ਸਾਨੂੰ ਬੜੇ elite क्लास नजर आ रहे हैं माशाल्लाह। ਇਹ ਨਾਲ ਐਰ ਕੀ ਤੁਹਾਨੂੰ ਪਤਾ ਪੀਡੀਐਫ 'ਚ ਵੀ ਹਿੱਸਾ ਲਿਆ ਸੀ। ਜੀ ਜੀ ਇਹਨਾਂ ਦੀ ਖੁਰਾਕ ਅੱਛੀ। ਅੱਛਾ ਔਰ ਇਹਨਾਂ ਦਾ ਮਾਸ਼ਾਅੱਲਾ ਇੱਕ ਸੂਆ ਵੀ ਆਪ ਲਿਆ ਹੈ। ਅੱਛਾ ਜਿਹੜੀਆਂ ਮੱਝਾਂ ਆਏ ਨੇ ਨਾ ਇਹ ਪਿਛਲੇ ਸਾਲ ਵੀ ਸਾਡੇ ਕੋਲ ਹੀ ਸੀ, ਐਰ ਕੀ ਵੀ ਸਾਡੇ ਕੋਲ ਨੇ। ਅੱਛਾ ਤੇ ਐਰ ਕੀ ਇਹਨਾਂ ਦੀ ਖੁਰਾਕ ਅੱਛੀ ਕਰਕੇ ਮਾਸ਼ਾਅੱਲਾ ਅੱਛੀ ਪਰਫਾਰਮੈਂਸ ਦੇਣਗੀਆਂ ਮਾਸ਼ਾਅੱਲਾ ਮਾਸ਼ਾਅੱਲਾ। ਤਨਵੀਰ ਭਾਈ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਕੋਲ ਘਰ ਵਿੱਚ ਜਾਂ ਮੇਲੇ ਵਿੱਚ ਤੁਸੀਂ ਕਿੰਨਾ ਦੁੱਧ ਚੋਇਆ? ਅਸੀਂ 30+ ਦੁੱਧ ਚੋਇਆ ਸੀ। ਅੱਛਾ ਵੱਧ ਕਿਸਮ ਦੀ ਕਿ ਮੱਝਾਂ ਡਿਸਟਰਬ ਹੋ ਗਈਆਂ। ਅੱਛਾ ਅਸੀਂ ਜਿਹੜਾ ਫਿਰ ਤੁਹਾਨੂੰ ਦੁੱਧ ਚੋਇਆ ਜਾਂ ਬਹਾਦਰ ਨਗਰ ਮੇਲੇ ਚੋਇਆ ਜੀ ਜੀ ਪੀਡੀਐਫ ਇੱਥੇ ਆਪਣਾ ਹੋਇਆ ਸੀ, ਉਹਦੇ ਵਿੱਚ 26 ਤੋਂ 27 ਲੀਟਰ ਦੁੱਧ ਮੱਝ ਨੇ ਦਿੱਤਾ। ਜ਼ਬਰਦਸਤ ਹੋ ਗਿਆ। ਅੱਛਾ ਤਨਵੀਰ ਭਾਈ ਇਹਨਾਂ ਜਾਨਵਰਾਂ ਨੂੰ ਤੁਸੀਂ ਵੰਡਾ ਪਾ ਰਹੇ ਹੋ ਔਰ ਪੱਠੇ ਪਾ ਰਹੇ ਹੋ ਜੀ, ਤੇ ਬਾਕੀ ਜਿਹੜੇ ਜਾਨਵਰ ਨੇ ਮਤਲਬ ਖੰਗੜ ਨੇ ਉਹਨਾਂ ਨੂੰ ਕੀ ਪਾਉਂਦੇ ਹੋ? ਉਹਨਾਂ ਨੂੰ ਸਰ ਵੰਡਾ ਪੱਠਾ। ਵੰਡਾ ਪੱਠਾ। ਜਿਹੜੇ ਬਿਲਕੁਲ ਡਰਾਈ ਨੇ ਗੱਭਣਾ ਨੇ ਉਹਨਾਂ ਨੂੰ ਕੱਲਾ ਪੱਠਾ। ਉਹਨਾਂ ਨੂੰ 3 ਮਹੀਨੇ ਤੋਂ ਜਦੋਂ 3 ਮਹੀਨੇ ਰਹਿ ਜਾਂਦੇ ਆ ਅੱਛਾ ਡਿਲੀਵਰੀ ਨੂੰ, ਉਦੋਂ ਉਹਨਾਂ ਦੀ ਖੁਰਾਕ ਫਿਰ ਅੱਛੀ ਕਰਦੀ, ਸਾਲੇਜ ਵਗੈਰਾ ਪਾਈ। ਜ਼ਬਰਦਸਤ ਹੋ ਗਿਆ। ਗੱਲ ਸਾਰੀ ਸ਼ੌਕ ਦੀ ਹੈ। ਅੱਛਾ ਕੁਝ ਬੰਦੇ ਆਪਣਾ ਆਉਂਦੇ ਨੇ ਜੀ ਜੀ 6 ਮਹੀਨੇ ਸਾਲ ਦੀ ਫਾਰਮਿੰਗ ਕੀਤੀ ਨਸ ਗਏ। ਅੱਛਾ ਲੇਕਿਨ ਮੈਂ ਇਹ ਮੈਸੇਜ ਦਿਆਂਗਾ ਜੀ ਜੀ ਇਹ ਤੁਸੀਂ ਪੂਰੀ ਤਰੀਕੇ ਨਾਲ ਇਹਦੀ ਫਾਰਮਿੰਗ ਕਰੋ। ਮੈਂ ਇਹੀ ਗੱਲ ਕਹਾਂਗਾ ਜਿਹੜੇ ਨਵੇਂ ਫਾਰਮਿੰਗ ਵਾਲੇ ਨੇ ਜੀ ਜੀ ਉਹ ਆਪਣਾ ਸਾਲ ਦਾ ਪੂਰਾ ਤੂੜੀ ਦਾ ਇੰਤਜ਼ਾਮ ਕਰਨ। ਅੱਛਾ ਫੀਡ ਦਾ ਸਟਾਕ ਪੂਰਾ ਹੋਣਾ ਚਾਹੀਦਾ? ਪੂਰਾ ਹੋਣਾ ਚਾਹੀਦਾ, ਫੀਡ ਦਾ ਸਟਾਕ, ਵੰਡੇ ਦਾ ਸਟਾਕ, ਸਾਈਲੇਜ
ਅੱਛਾ। ਔਰ ਅਲਹਮਦੁਲਿਲਾ ਉਹਨਾਂ ਨੂੰ ਮੁਸ਼ਕਲ ਨਹੀਂ ਆਏਗੀ ਔਰ ਦਿਲ ਲਾ ਕੰਮ ਕਰਨ। ਜ਼ਬਰਦਸਤ ਹੋ ਗਿਆ। ਅਸੀਂ ਇਹਨਾਂ ਮਤਲਬ ਆ ਕਿ 5 ਭਰਾ ਅੱਛਾ। ਤਕਰੀਬਨ 24 ਘੰਟੇ ਦੇ ਵਿੱਚ 18 ਘੰਟੇ ਫਾਰਮ ਤੇ ਰਹਿੰਦੇ ਆ। ਅੱਛਾ। ਉਹਦੀ ਕਾਮਯਾਬੀ ਦੀ ਵਜ੍ਹਾ ਹੀ ਇਹ ਵੇ ਕਿ ਅਗਰ ਤੁਸੀਂ ਆਪਣਾ ਇਨ ਤੇ ਦਿਲ ਲਗੀ ਕਰੋਗੇ ਨਾ ਫੇਰ ਕਾਮਯਾਬ ਹੋ ਜਾਓਗੇ, ਅਦਰਵਾਈਜ਼ ਨਹੀਂ। ਜਿਹੜੇ ਲੋਕ ਕਹਿੰਦੇ ਨੇ ਕਿ ਜੀ ਸ਼ੌਕ ਹੈ, ਉਹ ਸ਼ੌਕ ਕਰਦੇ ਨੇ ਮੁਲਾਜ਼ਮ ਰੱਖ ਕੇ ਸਰ, ਉਹ ਨਹੀਂ ਸ਼ੌਕ ਨਹੀਂ ਹੈ ਨਾ, ਮੁਲਾਜ਼ਮ ਰੱਖ ਕੇ ਸ਼ੌਕ ਕਾਹਦਾ ਹੁੰਦਾ ਫਿਰ, ਉਹ ਤਾਂ ਸਾਲ ਵਾਲਾ ਸ਼ੌਕ ਹੈ ਨਾ। ਅੱਛਾ, ਮਤਲਬ ਸਾਲ ਬਾਅਦ ਫਾਰਿਗ ਅੱਲਾ ਦੇ ਹੁਕਮ। ਠੀਕ ਹੋ ਗਿਆ।